Hello students. Today we continue our next definition of growth oriented definition. मतलब कि विकास ਦੇ ਪੱਖ ਤੋਂ ਪਰਿਭਾਸ਼ਾ ਜਾਂ ਵਿਕਾਸ ਪੱਖੀ ਪਰਿਭਾਸ਼ਾ ਵੀ ਕਹਿ ਸਕਦੇ ਹਾਂ। ਠੀਕ ਹੈ ਜੀ। ਇਹ ਪਰਿਭਾਸ਼ਾ ਜਿਹੜੀ ਸੀ ਉਹ ਪ੍ਰੋਫੈਸਰ ਸੈਮੂਅਲਸਨ ਨੇ ਦਿੱਤੀ ਸੀ। ਇਹਦਾ ਵੈਸੇ ਪੂਰਾ ਨਾਮ ਪ੍ਰੋਫੈਸਰ ਪੌਲ ਐਂਥਨੀ ਹੈ। ਠੀਕ ਹੈ ਜੀ। ਪ੍ਰੋਫੈਸਰ ਪੌਲ ਐਂਥਨੀ ਸੈਮੂਅਲਸਨ। ਠੀਕ ਹੈ। ਤੇ ਤੁਸੀਂ ਵੈਸੇ ਪ੍ਰੋਫੈਸਰ ਸੈਮੂਅਲਸਨ ਹੀ ਲਿਖਣਾ ਹੈ। ਇਹਨੇ ਦੋ ਬੁੱਕਸ ਲਿਖੀਆਂ ਸੀ, ਇੱਕ ਐਨ ਇੰਟਰੋਡਕਸ਼ਨਰੀ ਐਨਾਲਾਈਸਿਸ, ਇੱਕ ਫਾਊਂਡੇਸ਼ਨ ਆਫ ਇਕਨੋਮਿਕ ਐਨਾਲਾਈਸਿਸ। ਠੀਕ ਹੈ ਜੀ। ਇਹ ਵਾਲੀਆਂ ਦੋ ਬੁੱਕਸ ਲਿਖੀਆਂ ਸੀ ਜੋ ਕਿ ਇੱਕ 1948 ਦੇ ਵਿੱਚ ਆਈਆਂ ਸੀ। ਠੀਕ ਹੈ ਜੀ। ਔਰ ਉਹਦੇ ਵਿੱਚ ਇਹ ਡੈਫੀਨੇਸ਼ਨ ਗਿਵਨ ਸੀ। ਡੈਫੀਨੇਸ਼ਨ ਕੀ ਸੀ? ਡੈਫੀਨੇਸ਼ਨ ਸੀ ਇਕਨੋਮਿਕਸ ਇਜ਼ ਦਾ ਸਟੱਡੀ ਆਫ ਹਾਊ ਮੈਨ ਐਂਡ ਸੁਸਾਇਟੀ ਚੂਜ਼। ਕਹਿੰਦਾ ਇਕਨੋਮਿਕਸ ਸਟੱਡੀ ਕਹਿੰਦੀ ਕਰਦਾ ਕਿ ਕਿਵੇਂ ਮਨੁੱਖ ਜਾਂ ਸਮਾਜ ਚੂਜ਼ ਕਰਦਾ ਹੈ ਕਿੰਦਾ ਵਿਦ ਔਰ ਵਿਦਆਊਟ ਆਫ ਯੂਜ਼ ਆਫ ਮਨੀ ਟੂ ਇੰਪਲੋਏ ਦਾ ਸਕਾਰਸ ਪ੍ਰੋਡਕਟਿਵ ਰਿਸੋਰਸਿਸ ਵਿਚ ਕੁਡ ਹੈਵ ਦਾ ਅਲਟਰਨੇਟਿਵ ਯੂਜ਼ਸ। ਉਹ ਕਹਿੰਦਾ ਕਿਵੇਂ ਪੈਸਾ ਤੇ ਪੈਸੇ ਤੋਂ ਬਿਨਾ, ਪੈਸੇ ਦੇ ਨਾਲ ਵਿਦ ਐਂਡ ਵਿਦਆਊਟ, ਠੀਕ ਹੈ ਜੀ, ਪੈਸਾ ਤੇ ਪੈਸੇ ਤੋਂ ਬਿਨਾ ਕਿਵੇਂ ਉਹ ਆਪਣੀ ਉਹਨਾਂ ਨੂੰ ਯੂਜ਼ ਕਰਦਾ ਹੈ, ਉਹਨਾਂ ਦੇ ਜਿਹੜੇ ਜਿੰਨੇ ਪ੍ਰੋਡਕਟਿਵਿਟੀ ਰਿਸੋਰਸਿਸ ਆ ਉਹਨਾਂ ਨੂੰ ਚੂਜ਼ ਕਰਦਾ ਹੈ। ਠੀਕ ਹੈ ਜੀ। ਚੂਜ਼ ਕਰਦਾ ਕਿਉਂਕਿ ਉਹਨਾਂ ਦੇ ਜਿਹੜੇ ਯੂਜ਼ਸ ਨੇ ਉਹ ਕੀ ਨੇ, ਅਲਟਰਨੇਟਿਵ ਨੇ। ਠੀਕ ਹੈ। ਔਰ ਸੈਕਿੰਡ ਕੀ, ਟੂ ਪ੍ਰੋਡਿਊਸ ਵੇਰੀਅਸ ਕਮੋਡਿਟੀ ਓਵਰ ਅ ਟਾਈਮ, ਅਤੇ ਉਹਨਾਂ ਨੂੰ ਕੰਟੀਨਿਊਸਲੀ ਓਵਰ ਅ ਟਾਈਮ ਟੂ ਟਾਈਮ ਕੰਟੀਨਿਊਸਲੀ ਉਹਨਾਂ ਨੂੰ ਪ੍ਰੋਡਕਸ਼ਨ ਕਰਦਾ, ਉਹਨਾਂ ਦੀ ਪ੍ਰੋਡਿਊਸਿੰਗ ਕਰਦਾ ਔਰ ਬਾਅਦ ਵਿੱਚ ਉਹਨਾਂ ਨੂੰ ਕੀ ਕਰਦਾ ਹੈ ਜੀ, ਡਿਸਟਰੀਬਿਊਸ਼ਨ ਕਰਦਾ ਹੈ। ਡਿਸਟਰੀਬਿਊਸ਼ਨ ਕਿਵੇਂ ਕਰਦਾ ਹੈ ਜੀ, ਫੈਕਟਰ ਆਫ ਪੇਮੈਂਟ। ਠੀਕ ਹੈ ਜੀ। for the consumption and now and in the future। ਡਿਸਟਰੀਬਿਊਸ਼ਨ ਕਿਸ ਤਰ੍ਹਾਂ ਕਰਦਾ ਹੈ? ਕੰਜ਼ਪਸ਼ਨ ਦੀ ਹੋਣ ਲਈ ਤਾਂ ਕਰਦਾ ਹੀ ਕਰਦਾ ਹੈ, ਨਾਲ ਕਹਿੰਦਾ ਫਿਊਚਰ ਦੇ ਲਈ ਵੀ ਕਰਦਾ। ਫਿਊਚਰ ਮਤਲਬ ਕਿ ਸਸਟੇਨੇਬਲ, ਜਿਹਦੇ ਨਾਲ ਆਪਣੀ ਲਾਈਫ ਕੰਟੀਨਿਊਸਲੀ ਚਲਦੀ ਜਾ ਰਹੀ ਹੈ। ਠੀਕ ਹੈ ਜੀ, ਚਲਦੀ ਰਹੇਗੀ। ਉਸ ਤਰ੍ਹਾਂ ਕਹਿੰਦਾ ਆਪਣੀ ਜਿਹੜੀ ਕਮੋਡਿਟੀ ਦੀ ਪ੍ਰੋਡਕਸ਼ਨ ਕਰਦਾ, ਡਿਸਟਰੀਬਿਊਸ਼ਨ ਕਰਦਾ ਹੈ, ਜਿਹੜੀ ਅੱਜ ਦੇ ਲਈ ਹੀ ਨਹੀਂ ਕੰਟੀਨਿਊਸਲੀ ਹੋਵੇ। ਔਰ ਉਹਨਾਂ ਦੀ ਚੁਆਇਸ ਕਿਸ ਤਰ੍ਹਾਂ ਕਰਦਾ ਹੈ ਕਿ ਉਹ ਜਿਹੜੀ ਪ੍ਰੋਡਕਟਿਵਿਟੀ ਰਿਸੋਰਸਿਸ ਹੈ, ਉਹਨਾਂ ਦੇ ਅਲਟਰਨੇਟਿਵ ਯੂਜ਼ਸ ਆ, ਉਹਨਾਂ ਨੂੰ ਕਿਸ ਤਰੀਕੇ ਨਾਲ ਸੁਸਾਇਟੀ ਦੇ ਵਿੱਚ ਯੂਜ਼ ਕਰੇਗਾ। ਠੀਕ ਹੈ ਜੀ। ਔਰ ਇਹ ਕਹਿੰਦਾ ਅਮੰਗ ਵੇਰੀਅਸ ਪੀਪਲ, ਲੋਕਾਂ ਦੇ ਵਿੱਚ ਅਤੇ ਸਮਾਜ ਦੇ ਰਹਿਣ ਵਾਲੇ ਗਰੁੱਪਾਂ ਦੇ ਵਿੱਚ ਕਿਸ ਤਰ੍ਹਾਂ ਡਿਵਾਈਡ ਕਰੇਗਾ। ਠੀਕ ਹੈ ਜੀ। ਅਰਥ ਵਿਵਸਥਾ ਇੱਕ ਅਧਿਐਨ ਹੈ ਕਿਵੇਂ ਆਦਮੀ ਅਤੇ ਸਮਾਜ, ਕਿਵੇਂ ਮੈਨ ਐਂਡ ਸੁਸਾਇਟੀ, ਕਹਿੰਦਾ ਕਿ ਪੈਸਾ ਤੇ ਪੈਸੇ ਤੋਂ ਬਿਨਾਂ ਉਹਨਾਂ ਸਾਧਨਾਂ ਨੂੰ ਖਰੀਦਦਾ ਹੈ ਤੇ ਉਹਨਾਂ ਦੀ ਚੋਣ ਵੀ ਕਰਦਾ ਹੈ ਕਿਉਂਕਿ ਉਹਨਾਂ ਦੇ ਪ੍ਰਯੋਗ ਕੀ ਨੇ, ਵਿਕਲਪੀ ਹੈ, ਤੇ ਵੱਖ-ਵੱਖ ਉਤਪਾਦਾਂ ਲਈ ਫਿਰ ਉਹਨਾਂ ਦਾ ਉਪਭੋਗ ਵੀ ਕਰਦਾ, ਕਿਵੇਂ ਕਿਵੇਂ ਉਹਨਾਂ ਦੀ ਪ੍ਰੋਡਕਸ਼ਨ ਕਰਨੀ ਹੈ ਔਰ ਉਹਨਾਂ ਦਾ ਕੰਜ਼ਪਸ਼ਨ ਕਰਨੀ ਹੈ। ਉਹ ਮੈਨ ਖੁਦ, ਠੀਕ ਹੈ ਜੀ, ਐਂਡ ਸੁਸਾਇਟੀ ਦੇ ਵਿੱਚ ਰਹਿਣ ਵਾਲੇ ਸਮਾਜ ਵਿੱਚ ਲੋਕਾਂ ਦੇ ਲਈ। ਠੀਕ ਹੈ। ਨੈਕਸਟ ਇਜ਼ ਫੀਚਰ। ਇਹਦੇ ਨਾਲ ਕੀ ਹੁੰਦਾ ਹੈ ਸਮਾਜ ਦਾ, ਅਗਰ ਦੇਖੋ ਲੋਕ ਅਗਰ ਡਿਵਾਈਡ ਕਰਨਗੇ ਪ੍ਰੋਪਰ ਤਾਂ ਉਹਦੇ ਨਾਲ ਸਮਾਜ ਦਾ ਕੀ ਹੋਏਗਾ, ਵਿਕਾਸ ਹੋਏਗਾ। ਵਿਕਾਸ ਦੇ ਪੱਖੀ ਹੀ ਸੋਚ ਕੇ, ਗਰੋਥ ਹੀ ਸੋਚ ਕੇ ਉਹਨਾਂ ਨੂੰ ਯੂਟੀਲਾਈਜ਼ਡ ਕਰੇਗਾ, ਉਹਨਾਂ ਨੂੰ ਯੂਜ਼ ਕਰੇਗਾ, ਉਹਨਾਂ ਨੂੰ ਡਿਵਾਈਡ ਕਰੇਗਾ। ਠੀਕ ਹੈ ਜੀ। ਪਰ ਇਹਦੇ ਅੱਗੇ ਆਪਣੀ ਕੋਈ ਕਾਫੀ ਸਾਰੇ ਫੀਚਰਸ ਨੇ। ਇਸ ਡੈਫੀਨੇਸ਼ਨ ਨੂੰ ਦੇਖ ਕੇ ਇਹ ਡੈਫੀਨੇਸ਼ਨ ਦੇ ਵਿੱਚੋਂ ਹੀ ਫੀਚਰਸ ਬਣਦੇ ਆ। ਪਹਿਲਾ ਫੀਚਰ ਹੈ ਪ੍ਰੋਬਲਮ ਆਫ ਸਕਾਰਸਿਟੀ। ਕਹਿੰਦਾ ਕਿ ਪ੍ਰੋਫੈਸਰ ਸੈਮੂਅਲਸਨ ਨੇ ਜ਼ਿਆਦਾਤਰ ਕਹਿੰਦਾ ਕਿ ਕਿਹਦੇ ਤੇ ਪ੍ਰੈਸ਼ਰ ਪਾਇਆ, ਕਹਿੰਦਾ ਉਹ ਪੈਸੇ ਤੇ ਪੈਸੇ ਤੋਂ ਬਿਨਾਂ ਕੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਪ੍ਰੋਡਕਟ ਹੈ, ਉਹਨਾਂ ਦੀ ਰਿਸੋਰਸਿਸ ਹੈ, ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰੇ, ਕਿਉਂਕਿ ਉਹਨਾਂ ਦੀ ਅਲਟਰਨੇਟਿਵ ਯੂਜ਼ਸ ਪਲੱਸ ਨਾਲ ਹੀ ਕੀ ਹੈ, ਕਮੀ ਵੀ ਹੈ। ਪ੍ਰੋਬਲਮ ਸਕਾਰ ਕੋਈ ਕਮੀ ਹੋਣ ਦੇ ਕਰਕੇ ਹੀ, ਠੀਕ ਹੈ, ਉਹਨੂੰ ਕੀ ਹੈ ਕਿ ਉਹਨੂੰ ਚੂਜ਼ ਕਰਨਾ ਪੈਂਦਾ ਕਿ ਕਿਸ ਤਰ੍ਹਾਂ ਮੈਂ ਆਦੀ ਪ੍ਰੋਡਕਟ ਨੂੰ ਯੂਜ਼ ਕਰਾਂ, ਵੱਧ ਤੋਂ ਵੱਧ ਸਾਨੂੰ ਕੀ ਮਿਲੇ, ਸੈਟਿਸਫੈਕਸ਼ਨ ਕਰੇ। ਇਸ ਲਈ ਪ੍ਰੋਬਲਮ ਆਫ ਸਕਾਰਸਿਟੀ ਦੇ ਉੱਤੇ ਉਹਨੇ ਜ਼ਿਆਦਾ ਸਟ੍ਰੈਸ ਪਾਇਆ ਤਾਂ ਕਿ ਜਿਹੜੇ ਅਨਲਿਮਿਟਡ ਵਾਂਟਸ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਕਿਸ ਤਰ੍ਹਾਂ ਕੀਤਾ ਜਾ ਸਕੇ, ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਸੈਟਿਸਫੈਕਸ਼ਨ ਮਿਲੇ। ਠੀਕ ਹੈ ਜੀ। ਨੈਕਸਟ ਉਹਨੇ ਕੀ ਕਿਹਾ, ਡਾਇਨਾਮਿਕ। ਕਹਿੰਦਾ ਕਿ ਜਿਹੜੀ ਇਹਦੀ ਪਰਿਭਾਸ਼ਾ ਉਹ ਗਤੀਸ਼ੀਲ ਹੈ, ਚਲਦੀ ਰਹਿੰਦੀ ਹੈ। ਜਿਵੇਂ ਕਿ ਫਰਸਟ ਉਹਨੇ ਕਿਹਾ ਕਿ ਟੂ ਪ੍ਰੋਡਿਊਸ ਵੇਰੀਅਸ ਕਮੋਡਿਟੀ ਓਵਰ ਅ ਟਾਈਮ। ਕਹਿੰਦਾ ਇਸ ਤਰ੍ਹਾਂ ਦੀ ਕਮੋਡਿਟੀ ਪੈਦਾ ਕਰਨੀ ਹੈ ਜਿਹੜੀ ਕੰਟੀਨਿਊਸਲੀ ਚੱਲਦੀਆਂ ਜਾਣ ਔਰ ਉਹ ਦੋਨੋਂ ਉਹਨਾਂ ਦੀ ਡਿਸਟਰੀਬਿਊਸ਼ਨ ਵੀ ਹੋ ਸਕੇ, ਉਹਨਾਂ ਦੀ ਵੰਡ ਵੀ ਹੋ ਸਕੇ, ਹੁਣ ਦੇ ਲਈ ਹੀ ਨਹੀਂ ਫਿਊਚਰ ਦੇ ਲਈ ਵੀ ਹੀ ਹੋ ਸਕੇ, ਇਹ ਕੰਟੀਨਿਊਸਲੀ ਚਲਦੀ ਜਾਵੇ। ਠੀਕ ਹੈ ਜੀ। ਇਹ ਗਤੀਸ਼ੀਲ ਹੈ, ਡਾਇਨਾਮਿਕ ਹੈ, ਚਲਦੀ ਜਾ ਰਹੀ ਹੈ, ਇਹ ਨਹੀਂ ਕੰਟੀਨਿਊਸਲੀ ਚੱਲਣ ਦੀ ਇੱਥੇ ਗੱਲ ਕੀਤੀ ਹੈ। ਉਸੇ ਤਰ੍ਹਾਂ ਇਹ ਮੋਰ ਵਾਈਡਰ ਵੀ ਹੈ।
ਚੌੜੀ ਵੀ ਹੈ। ਕਿਉਂ ਚੌੜੀ ਹੈ? ਕਹਿੰਦਾ ਕਿ ਇੱਥੇ ਉਹਨੇ ਪੈਸੇ ਦੇ ਨਾਲ ਅਤੇ ਪੈਸੇ ਤੋਂ ਬਿਨਾਂ ਦੋਨੋਂ ਦੀ ਗੱਲ ਕੀਤੀ ਹੈ। ਮਤਲਬ ਕਿ ਬਾਰਟਰ ਸਿਸਟਮ ਅਤੇ ਮੋਨੈਟਰੀ। ਬਾਰਟਰ ਸਿਸਟਮ ਦੱਸਿਆ ਨਾ ਕਿ ਮਤਲਬ ਕਿ ਜਦੋਂ ਪੈਸੇ ਦੇ ਵਿੱਚ ਇਨਵੋਲਵਮੈਂਟ ਨਹੀਂ ਹੁੰਦੀ, ਵਿਦਆਊਟ ਮਨੀ, ਅਤੇ ਪੈਸੇ ਦੇ ਨਾਲ, ਮਤਲਬ ਕਿ ਦੋਨਾਂ ਚੀਜ਼ਾਂ ਦੀ ਗੱਲ ਕੀਤੀ ਹੈ। ਇਸ ਲਈ ਇਹ ਜਿਹੜੀ ਹੈ ਡੈਫੀਨੇਸ਼ਨ ਹੈ ਮੋਰ ਵਾਈਡਰ ਵੀ ਹੈ। ਠੀਕ ਹੈ ਜੀ। ਨੈਕਸਟ ਪ੍ਰੈਕਟੀਕਲ। ਕਹਿੰਦਾ ਪ੍ਰੈਕਟੀਕਲ ਕਿਵੇਂ ਹੈ, ਪ੍ਰਯੋਗੀ ਕਿਵੇਂ ਹੈ? ਕਹਿੰਦਾ ਜਸਟ ਆਪਾਂ ਨੂੰ ਪ੍ਰੋਬਲਮ ਹੀ ਨਹੀਂ ਦੱਸਦਾ ਕਿ ਇਹ ਪ੍ਰੋਬਲਮ ਆ ਰਹੀਆਂ ਕਿ ਲੋਕਾਂ ਦੇ ਅਨਲਿਮਿਟਡ ਵਾਂਟਸ ਨੇ, ਇਸ ਲਈ ਪ੍ਰੋਬਲਮ ਸਕਾਰਸਿਟੀ ਹੋ ਜਾਂਦੀ ਹੈ। ਠੀਕ ਹੈ ਜੀ। ਅਤੇ ਉਹਨੂੰ ਅਸੀਂ ਉਹਦੇ ਅਲਟਰਨੇਟਿਵ ਯੂਜ਼ਿਸ ਹੈ, ਸਿਰਫ ਇਹੀ ਗੱਲਾਂ ਨਹੀਂ ਦੱਸੀਆਂ, ਨਾਲ ਸਾਨੂੰ ਉਹ ਦੱਸਦਾ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਪੋਲਿਸੀਜ਼ ਬਣਾਈਏ ਕਿ ਇਹ ਅੱਜ ਦੇ ਲਈ ਹੀ ਨਹੀਂ, ਫਿਊਚਰ ਦੇ ਲਈ ਵੀ ਕੰਮ ਆਵੇ। ਅਸੀਂ ਇਸ ਤਰ੍ਹਾਂ ਇਹਨੂੰ ਡਿਵਾਈਡ ਕਰਨਾ ਹੈ। ਇਹ ਪ੍ਰੈਕਟੀਕਲੀ ਸਾਨੂੰ ਪੋਲਿਸੀਜ਼ ਫਰੇਮ ਕਰਨ ਦੇ ਲਈ, ਪ੍ਰੋਗਰਾਮ ਇਕਨੋਮਿਕ ਡਿਵੈਲਪਮੈਂਟ ਕਰਨ ਦੇ ਲਈ ਵੀ ਕਾਫੀ ਸਾਰੀ ਹੈਲਪਫੁਲ ਹੈ। ਇਸ ਦੇ ਨਾਲ ਸਾਡੀਆਂ ਚਾਰੇ ਡੈਫੀਨੇਸ਼ਨਸ ਖਤਮ ਹੁੰਦੀਆਂ ਨੇ। ਨੈਕਸਟ ਟੌਪਿਕ ਨੈਕਸਟ ਹੈ ਆਪਣੇ ਸਾਹਮਣੇ ਸਾਈਕਲ ਆਫ ਇਕਨੋਮਿਕ ਐਕਟੀਵਿਟੀ। ਹੁਣ ਜਿਹੜੀਆਂ ਇਕਨੋਮਿਕ ਐਕਟੀਵਿਟੀ ਨੇ ਉਹਨਾਂ ਦਾ ਸਾਈਕਲ ਕਿਸ ਤਰ੍ਹਾਂ ਚੱਲਦਾ ਹੈ? ਤੁਹਾਨੂੰ ਪਤਾ ਇਨਸਾਨ ਆਪਦੀ ਜ਼ਿੰਦਗੀ 'ਚ ਜਿਉਂਦੇ ਰਹਿਣ ਲਈ ਡਿਮਾਂਡਸ ਕਰਦਾ ਹੈ। ਠੀਕ ਹੈ ਜੀ। ਡਿਮਾਂਡਸ ਦੇ ਨਾਲ ਦੇਖੋ ਕੰਟੀਨਿਊਸਲੀ ਐਫਰਟਸ ਵੀ ਕਰਦਾ ਹੈ ਕਿਉਂਕਿ ਉਹਨਾਂ ਨੂੰ ਫੁੱਲਫਿਲ ਕਰਨਾ ਹੈ। ਇਨਸਾਨ ਦਾ ਸਾਈਕਲ ਕਹਿੰਦਾ ਐਂਡ 'ਤੇ ਆ ਜਾਂਦਾ, ਖਤਮ ਹੋ ਜਾਂਦਾ, ਪਰ ਜਿਹੜੀਆਂ ਉਹਦੀਆਂ ਵਾਂਟਸ ਨੇ ਨਾ, ਉਹਦੀ ਜਿਹੜੀ ਇਕਨੋਮਿਕਸ ਤੋਂ ਡਿਮਾਂਡਸ ਨੇ, ਉਹ ਕਦੇ ਵੀ ਖਤਮ ਨਹੀਂ ਹੁੰਦੀਆਂ। ਲਾਈਫ ਆਫ ਸਾਈਕਲ ਐਟ ਐਨ ਐਂਡ, ਕਿ ਜਿਹੜਾ ਲਾਈਫ ਦਾ ਸਾਈਕਲ ਉਹ ਐਂਡ 'ਤੇ ਆ ਜਾਂਦਾ, ਬਟ ਸਰਕਲ ਆਫ ਇਕਨੋਮਿਕ ਐਕਟੀਵਿਟੀ ਆਫ ਸੁਸਾਇਟੀ ਮੂਵਸ ਔਨ ਐਂਡਲੈਸਲੀ। ਉਹ ਲਗਾਤਾਰ ਚੱਲਦਾ ਹੀ ਰਹਿੰਦਾ, ਉਹਦਾ ਕੋਈ ਵੀ ਐਂਡ ਹੈ ਹੀ ਨਹੀਂ, ਐਂਡਲੈਸਲੀ ਹੈ। ਠੀਕ ਹੈ ਜੀ। ਤੇ ਕਹਿੰਦਾ ਕਿ ਇਨਸਾਨ ਨੂੰ ਇਹਨਾਂ ਖੁਆਇਸ਼ਾਂ ਨੂੰ ਪੂਰਾ ਕਰਨ ਵਾਸਤੇ ਪੈਸੇ ਦੀ ਲੋੜ ਪੈਂਦੀ ਹੈ। ਠੀਕ ਹੈ। ਔਰ ਖੁਆਇਸ਼ਾਂ ਕੀ ਨੇ? ਮਟੀਰੀਅਲ ਵਾਂਟਸ ਜਾਂ ਫਿਰ ਸਰਵਿਸਿਜ਼, ਜੋ ਵੀ ਹੁੰਦੀਆਂ ਵਾਂਟਸ ਨੇ, ਉਹਨੂੰ ਪੂਰਾ ਕਰਨ ਦੇ ਲਈ ਉਹ ਐਫਰਟਸ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਆਪਣਾ ਇਕਨੋਮਿਕ ਐਕਟੀਵਿਟੀ ਚੱਲਦਾ ਰਹਿੰਦਾ ਹੈ। ਠੀਕ ਹੈ। ਮਨੀ ਦੇ ਰੂਪ ਵਿੱਚ ਉਹਨੇ ਆਪਣੀ ਡਿਮਾਂਡਸ ਨੂੰ, ਵਾਂਟਸ ਨੂੰ ਪੂਰਾ ਕਰਨਾ ਹੈ, ਜਿਹਦੇ ਲਈ ਉਹ ਸਾਈਕਲ ਆਫ ਇਕਨੋਮਿਕ ਦੇ ਵਿੱਚ ਕਿਸ ਤਰ੍ਹਾਂ ਵਰਕ ਕਰਦਾ ਹੈ। ਜਿਵੇਂ ਵਾਂਟਸ ਪੈਦਾ ਹੁੰਦੀਆਂ ਨੇ, ਉਹ ਉਹਦੇ ਲਈ ਕੀ ਕਰਦਾ ਹੈ? ਐਫਰਟਸ ਕਰਦਾ ਹੈ, ਕੰਟੀਨਿਊਸਲੀ ਐਫਰਟਸ ਕਰਦਾ ਹੈ, ਮਿਹਨਤ ਕਰਦਾ, ਹਾਰਡ ਵਰਕ ਕਰਦਾ ਹੈ। ਠੀਕ ਹੈ ਜੀ। ਤੇ ਜਿਹਦੇ ਥਰੂ ਉਹਨੂੰ ਕੋਲ ਕੀ ਆਵੇ? ਪੈਸਾ ਆਵੇ। ਕੀ ਆਵੇ? ਪੈਸਾ ਆਵੇ। ਐਫਰਟਸ ਕਿਸ ਲਈ ਕੀਤੇ ਜਾਂਦੇ ਹੈ? ਪੈਸਾ ਆਵੇਗਾ। ਅਗਰ ਪੈਸਾ ਆਵੇਗਾ ਤਾਂ ਉਹਨੂੰ ਕੀ ਮਿਲਣਗੇ? ਇਕਨੋਮਿਕਸ ਗੁੱਡਸ, ਮਟੀਰੀਅਲ ਗੁੱਡਸ, ਜਿਵੇਂ ਕਿ ਰੋਟੀ, ਕੱਪੜਾ ਔਰ ਮਕਾਨ, ਜਾਂ ਫਿਰ ਉਹਦੀ ਖੁਆਇਸ਼ਾਂ, ਜੋ ਉਹਦੇ ਟੈਂਜੀਬਲ ਗੁੱਡਸ ਹੈ। ਜਦੋਂ ਅਗਰ ਗਰਮੀ ਹੈ ਤਾਂ ਤੁਹਾਨੂੰ ਏਸੀ ਚਾਹੀਦਾ ਹੈ। ਠੀਕ ਹੈ ਜੀ। ਅਗਰ ਸਰਦੀ ਹੈ ਤੁਹਾਨੂੰ ਗੀਜ਼ਰ ਚਾਹੀਦਾ। ਜੋ ਵੀ ਉਹਦੇ ਟੈਂਜੀਬਲ ਗੁੱਡਸ, ਉਹਦੀਆਂ ਵਾਂਟਸ ਨੇ, ਕੰਟੀਨਿਊਸਲੀ ਚੱਲਦੀਆਂ। ਹਰ ਇੱਕ ਟਾਈਮ ਟੂ ਟਾਈਮ ਨਵੀਆਂ ਉਹਦੀਆਂ ਡਿਮਾਂਡਸ ਬਣਦੀਆਂ ਜਾਂਦੀਆਂ। ਜਿਵੇਂ ਨਵਾਂ ਸਾਲ ਆਉਂਦਾ, ਨਵੀਂ ਟੈਕਨੀਕ, ਨਵੀਂ ਟੈਕਨੋਲੋਜੀ ਆ ਜਾਂਦੀਆਂ, ਬਟ ਉਹਨੂੰ ਪਾਉਣ ਦੇ ਲਈ ਉਸ ਤਰ੍ਹਾਂ ਦਾ ਕੀ ਲਗਾਉਂਦਾ ਰਹਿੰਦਾ? ਐਫਰਟਸ ਲਗਾਉਂਦਾ ਰਹਿੰਦਾ। ਪਹਿਲਾਂ ਵਾਂਟਸ ਪੈਦਾ ਹੁੰਦੀਆਂ, ਆਫਟਰ ਦੈਟ ਐਫਰਟਸ ਲਗਾਉਂਦਾ, ਫਿਰ ਵੈਲਥ ਔਰ ਇਕਨੋਮਿਕ ਗੁੱਡਸ ਪੈਦਾ ਆਉਂਦੀਆਂ ਨੇ, ਔਰ ਲਾਸਟ 'ਤੇ ਜਾ ਕੇ ਉਹਨੂੰ ਫਿਰ ਕੀ ਮਿਲਦੀ ਹੈ? ਸੈਟਿਸਫੈਕਸ਼ਨ। ਬਟ ਫਿਰ ਵੀ ਇਕਨੋਮਿਕ ਸਾਈਕਲ ਇੱਥੇ ਰੁਕਦਾ ਨਹੀਂ ਹੈ। ਇੱਕ ਤੋਂ ਸੈਟਿਸਫੈਕਸ਼ਨ, ਅਗਰ ਤੁਸੀਂ ਇੱਕ ਚੀਜ਼, ਵਾਂਟ ਸਾਡੀ ਬਣੀ ਵਨ ਥਿੰਗ, ਉਹਦੇ ਲਈ ਐਫਰਟਸ ਲਗਾਏ, ਉਹਦੇ ਲਈ ਵੈਲਥ ਔਰ ਇਕਨੋਮਿਕ ਗੁੱਡਸ ਲਿੱਤੀ, ਔਰ ਆਫਟਰ ਦੈਟ ਸੈਟਿਸਫੈਕਸ਼ਨ ਮਿਲਣ ਤੋਂ ਬਾਅਦ ਵੀ ਤੁਹਾਡੇ ਸਾਹਮਣੇ ਇੱਕ ਹੋਰ ਵਾਂਟ ਅਰਾਈਜ਼ ਹੋ ਜਾਂਦੀ ਹੈ, ਡਿਮਾਂਡ ਇੱਕ ਹੋਰ ਪੈਦਾ ਹੋ ਜਾਂਦੀ ਹੈ, ਜਿੰਦੇ ਕਰਕੇ ਫਿਰ ਤੁਸੀਂ ਕੀ ਕਰਦੇ ਹੋ? ਤੁਹਾਡੀ ਵਾਂਟ ਪੈਦਾ ਹੋ ਜਾਂਦੀ ਹੈ, ਫਿਰ ਤੁਸੀਂ ਕੀ ਕਰਦੇ ਹੋ? ਐਫਰਟਸ ਕਰਦੇ ਹੋ। ਸੈਟਿਸਫੈਕਸ਼ਨ ਹੋਣ ਤੋਂ ਬਾਅਦ ਇੱਕ ਹੋਰ ਵਾਂਟ ਅਰਾਈਜ਼ ਹੁੰਦੀ ਹੈ। ਠੀਕ ਹੈ ਜੀ। ਕਿਉਂਕਿ ਕਦੇ ਵੀ ਇਹ ਤਾਂ ਹੈ ਨਹੀਂ ਸੁਬਾਹ ਰੋਟੀ ਖਾਧੀ ਤੁਸੀਂ ਸ਼ਾਮ ਨੂੰ ਰੋਟੀ ਨਹੀਂ ਖਾਓਗੇ, ਤੁਹਾਡੀ ਵਾਂਟ ਇੱਕ ਨਾ ਇੱਕ ਜ਼ਰੂਰ ਪੈਦਾ ਹੁੰਦੀ ਰਹੇ। ਜਿੰਨਾ ਚਿਰ ਇਨਸਾਨ ਮੁੱਕ ਨਹੀਂ ਜਾਂਦਾ, ਉਹਦੀਆਂ ਖੁਆਇਸ਼ਾਂ ਨਹੀਂ ਖਤਮ ਹੋ ਜਾਂਦੀਆਂ। ਠੀਕ ਹੈ ਜੀ। ਖੁਆਇਸ਼ਾਂ ਉਦੋਂ ਹੀ ਖਤਮ ਹੋਣਗੀਆਂ ਜਦੋਂ ਇਨਸਾਨ ਮੁੱਕ ਨਹੀਂ ਜਾਂਦਾ। ਬਟ ਇਨਸਾਨ ਚਾਹੇ ਮੁੱਕ ਜਾਵੇ, ਪਰ ਉਹਦੇ ਪਿੱਛੇ ਜੋ ਬਾਕੀ ਇਨਸਾਨ ਨੇ ਉਹਨਾਂ ਦੀ ਵਾਂਟਸ ਕਦੇ ਵੀ ਮੁੱਕਦੀਆਂ ਨਹੀਂ ਹਨ। ਠੀਕ ਹੈ। ਇਸ ਲਈ ਵਾਂਟਸ ਕਦੀਆਂ ਨਹੀਂ ਮੁੱਕਦੀਆਂ, ਇਨਸਾਨ ਚਾਹੇ ਮੁੱਕ ਜਾਵੇ। ਫਿਰ ਇਸ ਤੋਂ ਬਾਅਦ ਇੱਕ ਹੋਰ ਮਤਲਬ ਕਿ ਪੈਦਾ ਹੁੰਦੀ ਹੈ ਡਿਮਾਂਡ, ਫਿਰ ਵਾਂਟ ਲਗਾਉਂਦੇ ਆ, ਵਾਂਟਸ ਕਨਵਰਟ ਹੋ ਜਾਂਦੀ, ਆਫਟਰ ਦੈਟ ਫਿਰ ਐਫਰਟਸ ਲਗਾਉਂਦਾ ਹੈ, ਫਿਰ ਇਕਨੋਮਿਕ ਗੁੱਡਸ, ਫਿਰ ਸੈਟਿਸਫੈਕਸ਼ਨ, ਫਿਰ ਵਾਂਟਸ। ਕੰਟੀਨਿਊਸਲੀ ਇਕਨੋਮਿਕ ਸਾਈਕਲ ਆਪਣਾ ਇੱਦਾਂ ਚੱਲਦਾ ਰਹਿੰਦਾ ਹੈ। ਠੀਕ ਹੈ ਜੀ। ਇਹਨੂੰ ਲਾਈਫ ਸਾਈਕਲ ਜਾਂ ਇਕਨੋਮਿਕ ਐਕਟੀਵਿਟੀ ਦਾ ਸਾਈਕਲ ਵੀ ਕਿਹਾ ਜਾਂਦਾ ਹੈ। ਪਹਿਲਾਂ ਵਾਂਟਸ, ਆਫਟਰ ਦ ਐਫਰਟਸ, ਫਿਰ ਵੈਲਥ, ਫਿਰ ਸੈਟਿਸਫੈਕਸ਼ਨ। ਇਸ ਤਰ੍ਹਾਂ ਕੰਟੀਨਿਊਸਲੀ, ਐਂਡਲੈਸਲੀ ਮਤਲਬ ਕਿ ਬਿਨਾਂ ਰੁਕੇ, ਜਿੰਦਾ ਕੋਈ ਐਂਡ ਨਹੀਂ ਹੈ, ਐਂਡਲੈਸਲੀ ਚੱਲਦਾ ਰਹਿੰਦਾ ਹੈ। ਠੀਕ ਹੈ ਜੀ। ਇਹ ਆਪਣਾ ਹੋ ਗਿਆ ਸਾਈਕਲ ਆਫ ਦਾ ਇਕਨੋਮਿਕ ਐਕਟੀਵਿਟੀ। ਨੈਕਸਟ ਆਪਣੇ ਕੋਲ ਹੈ ਲਾਸਟ ਟੌਪਿਕ ਹੈ, ਥੋੜ੍ਹਾ ਜਿਹਾ ਬਰੀਫ ਹੈ, ਇਹ ਆਪਾਂ ਕਰਾਂਗੇ ਸਕੋਪ ਆਫ ਇਕਨੋਮਿਕ, ਮਤਲਬ ਕਿ ਅਰਥ ਸ਼ਾਸਤਰ ਦਾ ਸਰੂਪ। ਇਹਦੇ 'ਚ ਆਪਣੇ ਕੋਲ 3 ਪੁਆਇੰਟ ਹੈ। ਫਸਟ ਹੈ ਸਬਜੈਕਟ ਮੈਟਰ ਆਫ ਇਕਨੋਮਿਕਸ, ਅਰਥ ਸ਼ਾਸਤਰ ਦਾ ਵਿਸ਼ਾ ਵਸਤੂ। ਸੈਕਿੰਡ ਹੈ ਨੇਚਰ ਆਫ ਇਕਨੋਮਿਕਸ,
ਅਰਥਸ਼ਾਸਤਰ ਦਾ ਸੁਭਾਅ। थर्ड है साइंस ऑफ लिमिटेशन, सॉरी इकोनॉमिक्स ऑफ लिमिटेशन ऑफ इकोनॉमिक्स, ठीक है जी, जिंदे च लिमिटेशन ऑफ इकोनॉमिक्स जो है वो आपां की है कर चुके हैं, आपां कीता सी, ठीक है। लिमिटेशन ऑफ इकोनॉमिक्स जो मैं करवाया तुहानूं कि इकोनॉमिक्स किन्ना दी स्टडी करता है ते इकोनॉमिक्स किन्ना दी स्टडी नहीं करता है। कई बुक्स दे विच लिमिटेशन ऑफ इकोनॉमिक्स नहीं दित्तियां होईयां लास्ट ईयर वाली बुक्स दे विच, पर कईयां दे लास्ट टू लास्ट ईयर वाली बुक्स दे विच दित्तियां होईयां, ठीक है जी। ਤਾਂ ਜਿਨ੍ਹਾਂ ਉਹਦੇ ਨਹੀਂ ਦਿੱਤੀਆਂ ਹੋਈਆਂ ਉਹ ਤੁਸੀਂ ਇੱਥੋਂ ਹੀ ਕਰ ਸਕਦੇ ਹੋ। ਮੈਂ ਜੋ ਤੁਹਾਨੂੰ ਪਰਸੋਂ ਟੌਪਿਕ ਸੈਂਡ ਕੀਤਾ ਸੀ, ਠੀਕ ਹੈ ਜੀ, ਕਿ ਲਿਮਿਟੇਸ਼ਨ ਆਫ ਇਕਨੋਮਿਕਸ ਮੈਂ ਤੁਹਾਨੂੰ ਫਰਸਟ ਲੈਕਚਰ ਦੇ ਵਿੱਚ ਸੈਂਡ ਕੀਤੀਆਂ ਸੀ, ਇਕਨੋਮਿਕਸ ਕਿੰਨਾ ਦੀ ਸਟੱਡੀ ਕਰਦਾ ਤੇ ਕਿੰਨਾ ਦੀ ਨਹੀਂ। ਮੈਂ ਉਦੋਂ ਤੁਹਾਨੂੰ ਕਿਹਾ ਵੀ ਸੀ ਕਿ ਮੈਂ ਇਸ ਚੈਪਟਰ ਦਾ ਲਾਸਟ ਟੌਪਿਕ ਪਹਿਲਾਂ ਕਰਵਾ ਰਹੀ ਹਾਂ, ਇਹ ਲਾਸਟ ਟੌਪਿਕ ਹੈ, ਮੈਂ ਤੁਹਾਨੂੰ ਪਹਿਲਾਂ ਕਰਵਾ ਚੁੱਕੀ ਹਾਂ ਕਿ ਉਹ ਜਿਹੜੇ ਸੋਸਾਇਟੀ ਦੇ ਵਿੱਚ ਲੋਕ ਨਹੀਂ ਰਹਿੰਦੇ ਉਹਨਾਂ ਦੀ ਸਟੱਡੀ ਨਹੀਂ ਕਰਦਾ, ਅਬਨੋਰਮਲ ਦੀ ਨਹੀਂ ਕਰਦਾ, ਐਨੀਮਲਸ ਦੀ ਨਹੀਂ ਕਰਦਾ, ਠੀਕ ਹੈ ਜੀ, ਨੋਨ ਐਕਟੀਵਿਟੀਜ਼ ਦੀ ਸਟੱਡੀ ਨਹੀਂ ਕਰਦਾ, ਇਹ ਤੁਹਾਨੂੰ ਪਹਿਲਾਂ ਕਰਵਾ ਚੁੱਕੀ ਹਾਂ। ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਲੱਗੇ ਤੁਸੀਂ ਫਰਸਟ ਲੈਕਚਰ ਦੀ ਵੀਡੀਓ ਦੁਬਾਰਾ ਦੇਖ ਸਕਦੇ ਹੋ, ਠੀਕ ਹੈ ਜੀ। ਆਫਟਰ ਦੈਟ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਆਪਣੇ ਕੋਲ ਦੋ ਟੌਪਿਕ ਹੋਰ ਹੈ, ਸਬਜੈਕਟ ਮੈਟਰ ਆਫ ਇਕਨੋਮਿਕਸ ਐਂਡ ਨੇਚਰ ਆਫ ਇਕਨੋਮਿਕਸ, ਠੀਕ ਹੈ ਜੀ। ਸਬਜੈਕਟ ਮੈਟਰ ਆਫ ਇਕਨੋਮਿਕਸ, ਸਬਜੈਕਟ ਮੈਟਰ ਆਫ ਇਕਨੋਮਿਕਸ ਦੇ ਵਿੱਚ ਕੀ ਹੈ, ਇਹਦੇ ਕੋਲ ਦੋ ਪੁਆਇੰਟ ਹੈ, ਫਰਸਟ ਇਜ਼ ਮਾਈਕਰੋ ਐਂਡ ਸੈਕਿੰਡ ਇਜ਼ ਮੈਕਰੋ। ਸਬਜੈਕਟ ਇਕਨੋਮਿਕਸ ਦੇ ਦੋ ਹੈਡ ਹੈ, ਫਰਸਟ ਇਜ਼ ਮਾਈਕਰੋ ਐਂਡ ਸੈਕਿੰਡ ਇਜ਼ ਮੈਕਰੋ। ਮੈਂ ਪਹਿਲਾਂ ਤੁਹਾਨੂੰ ਕਨਫਰਮ ਕਰ ਦੇਣਾ ਚਾਹੁੰਦੀ ਹਾਂ ਕਿ ਆਪਾਂ ਪੰਜਾਬ ਬੋਰਡ ਦੇ ਸਿਲੇਬਸ ਦੇ ਵਿੱਚ +1 ਕਲਾਸ ਦੇ ਵਿੱਚ ਆਪਾਂ ਮਾਈਕਰੋ ਇਕਨੋਮਿਕਸ ਦੀ ਹੀ ਡੀਲ ਕਰਨੀ ਹੈ। ਮਾਈਕਰੋ ਇਕਨੋਮਿਕਸ ਕਿਵੇਂ ਕੰਮ ਕਰਦੀ ਹੈ, ਕੀ ਉਹਦੇ ਐਗਜ਼ੰਪਸ਼ਨਸ ਹੈ, ਕੀ ਉਹਦੇ ਡੈਫੀਨੇਸ਼ਨ ਹੈ, ਕਿਵੇਂ ਕੰਮ ਕਰਦੀ, ਕਿਵੇਂ ਪ੍ਰੋਬਲਮ ਸੋਲਵ ਕਰਦੀ ਹੈ, ਕੰਸਰਨਡ ਕਿੰਨਾ ਲਈ ਹੈ, ਉਹ ਸਾਰੇ ਟੌਪਿਕਸ ਆਪਾਂ +1 ਦੇ ਵਿੱਚ ਪੜਾਂਗੇ ਮਾਈਕਰੋ ਇਕਨੋਮਿਕਸ, ਜੋ ਕਿ ਤੁਸੀਂ ਬੁੱਕ ਖਰੀਦੀ ਵੀ ਹੈ, ਠੀਕ ਹੈ ਜੀ। ਸੈਕਿੰਡ ਜੋ ਮੈਕਰੋ ਇਕਨੋਮਿਕਸ ਹੈ ਉਹ ਆਪਾਂ +2 ਕਲਾਸ ਦੇ ਵਿੱਚ ਸਟੱਡੀ ਕਰਨੀ ਹੈ, ਠੀਕ ਹੈ ਜੀ, +2 ਕਲਾਸ ਦੇ ਵਿੱਚ ਆਪਾਂ ਸਟੱਡੀ ਕਰਨੀ ਹੈ। ਬਟ ਉਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਮਾਈਕਰੋ ਐਂਡ ਮੈਕਰੋ ਹੁੰਦਾ ਕੀ ਹੈ। ਮਾਈਕਰੋ ਐਂਡ ਮੈਕਰੋ ਹੁੰਦਾ ਕੀ ਹੈ। ਮਾਈਕਰੋ ਅਗਰ ਆਪਾਂ ਵਰਡ ਦੇਖਿਆ ਜਾਵੇ ਮਾਈਕਰੋ, ਮਾਈਕਰੋ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਵਿਅਸ਼ਟੀ, ਠੀਕ ਹੈ ਜੀ, ਵਿਅਸ਼ਟੀ ਜਾਂ ਫਿਰ ਮਾਈਕਰੋ ਹੀ ਕਹਿ ਦਿੰਦੇ ਆ, ਮਾਈਕਰੋ ਹੀ ਕਹਿ ਦਿੰਦੇ ਨੇ, ਠੀਕ ਹੈ ਜੀ, ਪੰਜਾਬੀ ਦੇ ਵਿੱਚ। ਜਾਂ ਫਿਰ ਮੈਕਰੋ ਨੂੰ ਕਹਿੰਦੇ ਸਮਸ਼ਟੀ, ਸਮਸ਼ਟੀ ਮਤਲਬ ਕਿ ਸਾਰਾ ਸਮਾਜ, ਵਿਅਸ਼ਟੀ ਸਿਰਫ ਵਿਅਕਤੀਗਤ, ਠੀਕ ਹੈ, ਜਿੰਦੇ 'ਚ ਸਿਰਫ ਇੱਕ ਪਰਸਨ, ਇੱਕ ਇੰਡੀਵਿਜੂਅਲੀ, ਇੱਕ ਫਰਮ, ਇੱਕ ਹਾਊਸ ਹੋਲਡ ਦੀ ਹੀ ਗੱਲ ਕੀਤੀ ਜਾਂਦੀ, ਉਹਦੀਆਂ ਪ੍ਰੋਬਲਮਸ, ਉਹਦੇ ਸੋਲੂਸ਼ਨ ਦੀ ਹੀ ਗੱਲ ਕੀਤੀ ਜਾਂਦੀ ਹੈ, ਡੀਲ ਦੀ ਗੱਲ ਕੀਤੀ ਜਾਂਦੀ ਹੈ। ਜਿੱਦਾਂ ਕਿ ਮੈਕਰੋ ਹੈ, ਜਿਵੇਂ ਕਿ ਇੱਕ ਵਿਅਕਤੀ ਤੋਂ ਇੱਕ ਪਰਿਵਾਰ ਔਰ ਇੱਕ ਸ਼ਹਿਰ ਤੋਂ, ਇੱਕ ਸਿਟੀ ਤੋਂ ਇੱਕ ਪੂਰਾ ਦੇਸ਼ ਬਣਦਾ, ਪੂਰੀ ਇਕੋਨਮੀ ਬਣਦੀ ਹੈ, ਉਹ ਇਕੋਨਮੀ ਦੀ ਜਿਹੜੀ ਪ੍ਰੋਬਲਮਸ ਕੰਸਰਨ ਹੈ ਉਹ ਕਹਿੰਦੇ ਡੀਲ ਕੀਤੀ ਜਾਂਦੀ ਹੈ ਮੈਕਰੋ ਇਕਨੋਮਿਕਸ 'ਚ। ਜਿਵੇਂ ਕਿ ਇੱਥੇ ਇੱਕ ਇੰਡੀਵਿਜੂਅਲੀ ਪਰਸਨ ਦੀ, ਇੱਕ ਘਰ ਦੇ ਵਿੱਚ ਜਿਹੜੇ ਪਰਸਨਸ ਰਹਿ ਰਹੇ ਉਹਨਾਂ ਦੀ ਇਨਕਮ ਦੀ ਗੱਲ ਕੀਤੀ ਜਾਂਦੀ, ਪਰ ਮੈਕਰੋ ਇਕਨੋਮਿਕਸ ਦੇ ਵਿੱਚ ਪਰਸਨਲ ਇਨਕਮ ਦੀ ਨਹੀਂ, ਇੱਥੇ ਪੂਰੇ ਨੈਸ਼ਨਲ ਇਨਕਮ ਦੀ ਡੀਲ ਕੀਤੀ ਜਾਂਦੀ ਹੈ। ਇੱਥੇ ਪਰਸਨਲ ਇਨਕਮ ਦੀ, ਇੱਥੇ ਪੂਰੇ ਨੈਸ਼ਨਲ ਇਨਕਮ ਦੀ ਡੀਲ ਕੀਤੀ ਜਾਂਦੀ ਹੈ, ਠੀਕ ਹੈ ਜੀ। ਇਹਨਾਂ ਦੋਵਾਂ ਦੇ ਵਿੱਚ ਇਹੀ ਫਰਕ ਹੈ ਕਿ ਇਹ ਇੰਡੀਵਿਜੂਅਲੀ, ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਤੋਂ ਬਾਜ਼ਾਰ ਬਣਦਾ, ਉਵੇਂ ਇੱਕ ਦੀ ਅਗਰ ਪ੍ਰੋਬਲਮ ਦੀ ਗੱਲ ਕੀਤੀ ਜਾਂਦੀ ਤਾਂ ਮਾਈਕਰੋ ਦੇ ਵਿੱਚ ਕੀਤੀ ਜਾਂਦੀ, ਤੇ ਪੂਰੇ ਬਾਜ਼ਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਮੈਕਰੋ ਦੇ ਵਿੱਚ ਕੀਤੀ ਜਾਂਦੀ ਹੈ, ਠੀਕ ਹੈ ਜੀ। ਹੁਣ ਆਪਾਂ ਇੱਥੇ ਗੱਲ ਕਰਾਂਗੇ ਡਿਫਰੈਂਸ ਦੀ, ਮਾਈਕਰੋ ਐਂਡ ਮੈਕਰੋ। ਮੈਂ ਇਹਦੇ ਵਿੱਚ ਤੁਹਾਨੂੰ ਡੈਫੀਨੇਸ਼ਨ ਵੀ ਕਲੀਅਰ ਕਰਾਂਗੀ, ਇਹ ਕਿੱਥੋਂ ਵਰਡ ਆਇਆ ਉਹ ਵੀ ਕਲੀਅਰ ਕਰਾਂਗੀ। ਦੇਖਣ 'ਚ ਥੋੜ੍ਹਾ ਜਿਹਾ ਲੈਂਥੀ ਲੱਗੇਗਾ ਕਿਉਂਕਿ ਮੈਂ ਪੰਜਾਬੀ ਤੇ ਇੰਗਲਿਸ਼ ਦੋਨੋਂ ਹੀ ਲਿਖੇ ਨੇ ਤਾਂ ਕਿ ਪੰਜਾਬੀ ਵਾਲਿਆਂ ਨੂੰ ਈਜ਼ੀ ਹੋ ਜਾਏ ਔਰ ਇੰਗਲਿਸ਼ ਵਾਲਿਆਂ ਨੂੰ ਵੀ ਈਜ਼ੀ ਹੋ ਜਾਏ, ਠੀਕ ਹੈ ਜੀ। ਟੋਟਲ ਸਿਰਫ 8 ਪੁਆਇੰਟ ਹੈ, ਕੋਈ ਜ਼ਿਆਦਾ ਨਹੀਂ है, तो ध्यान के देख लेना, ठीक है जी। फर्स्ट पॉइंट इज माइक्रो एंड मैक्रो। द वर्ड माइक्रो हैज़ बीन ड्राइव्ड, DIRVED, ठीक है जी, ड्राइव्ड फ्रॉम ग्रीक वर्ड माइक्रोस विच मीनस माइक्रोस स्मॉल, मतलब कि एक ग्रीक की भाषा तो वर्ड चक्के गए। इकोनॉमिक्स ज़्यादातर वर्ड ग्रीक की लैंग्वेज तो ही चक्के गए हैं, ठीक है जी, जिन्ना मतलब है छोटा। और ये मैक्रोस ग्रीक की भाषा का मैक्रोस वर्ड है जिन्ना मतलब है वड्डा, ठीक है जी। इन्ना मतलब है छोटा। माइक्रोस्कोप आप साइंस भी गल करते जितों आप छोटे छोटे कीड़े जो दिस भी नहीं रहे भी देखते हैं। माइक्रो, ठीक है, स्मॉल जिंदा मतलब है छोटा, और मैक्रो जिंदा मतलब वड्डा। पंजाबी दे विच लिखिया ये माइक्रो तो लिया गया है, इसका अर्थ छोटा और इन्दा वड्डा। सैकेंड पॉइंट, हुण ये डील किंदे नाल करदा है, कंसर्नड किंदा है, ठीक है जी। कंसर्नड किंदा है जी, माइक्रो इकोनॉमिक्स इज कंसर्नड विद इंडिविजुअल, व्यक्तिगत
ਇਕਨੋਮਿਕ ਯੂਨਿਟਸ ਲਾਈਕ ਆ ਕੰਜ਼ਿਊਮਰ, ਇੱਕ ਪ੍ਰੋਡਿਊਸਰ, ਇੱਕ ਫਰਮ ਐਕਸੈਟਰਾ। ਉਸੇ ਤਰ੍ਹਾਂ ਮੈਕਰੋ ਇਕਨੋਮਿਕ ਕੰਸਰਨਡ ਹੈ ਵਿਦ ਦ ਸਟੱਡੀ ਆਫ ਇਕੋਨਮੀ ਐਜ਼ ਅ ਹੋਲ, ਪੂਰੀ ਇਕੋਨਮੀ, ਪੂਰੀ ਅਰਥ ਵਿਵਸਥਾ ਦੇ ਵਿੱਚ ਜਿਹੜੇ ਇਨਸਾਨ ਆਉਂਦੇ, ਜਿਹੜਾ ਮਨੁੱਖ ਆਉਂਦਾ, ਇੱਕ ਕੰਜ਼ਿਊਮਰ ਆਉਂਦਾ, ਇੱਕ ਪ੍ਰੋਡਿਊਸਰ ਆਉਂਦਾ, ਉਹਦੀਆਂ ਜਿਹੜੀਆਂ ਇਕਨੋਮਿਕਸ ਨੂੰ ਲੈ ਕੇ ਪ੍ਰੋਬਲਮਸ ਆ ਉਹ ਮਾਈਕਰੋ 'ਚ ਸੋਲਵ ਕੀਤੀਆਂ ਜਾਂਦੀਆਂ, ਅਤੇ ਪੂਰੀ ਹੋਲ ਅਵਸਥਾ ਦੀ ਜਿਹੜੀ ਪ੍ਰੋਬਲਮ ਸੋਲਵ ਕੀਤੀ ਜਾਂਦੀ ਹੈ ਉਹ ਮੈਕਰੋ 'ਚ ਕੀਤੀ ਜਾਂਦੀ ਹੈ। ਅਗਰ ਇੱਕ ਹੋਲ ਪੂਰੀ ਇਕੋਨਮੀ ਹੈ, ਇਕੋਨਮੀ ਦੇ ਵਿੱਚ ਜਿੰਨੇ ਕੰਜ਼ਿਊਮਰ ਹੈ, ਜਿੰਨੇ ਪ੍ਰੋਡਿਊਸਰ ਹੈ, ਜਿੰਨੇ ਬਾਇਰ ਹੈ, ਜਿੰਨੇ ਸੇਲਰ, ਉਹਨਾਂ ਦੀ ਪ੍ਰੋਬਲਮ ਸੋਲਵ ਕਰੇਗਾ ਮਾਈਕਰੋ, ਇਕੱਲੇ ਦੀ। ਪਰ ਜਦੋਂ ਸਾਰਿਆਂ ਦੀ ਹੋਲ ਕਲੈਕਟਿਵ ਦੀ ਗੱਲ ਕੀਤੀ ਜਾਵੇ, ਉਹਦੀ ਪ੍ਰੋਬਲਮ ਸੋਲਵ ਕੌਣ ਕਰਦਾ ਹੈ? ਮੈਕਰੋ। ਠੀਕ ਹੈ ਜੀ। ਪੰਜਾਬੀ 'ਚ ਵੀ ਲਿਖਿਆ, ਮਾਈਕਰੋ ਅਰਥਵਿਵਸਥਾ ਵਿਅਕਤੀਗਤ ਆਰਥਿਕ ਇਕਾਈਆਂ ਦਾ ਅਧਿਐਨ ਕਰਦੀ ਹੈ, ਜਿਵੇਂ ਕਿ ਇੱਕ ਉਤਪਾਦਕ, ਇੱਕ ਉਪਭੋਗਤਾ ਕੰਜ਼ੰਪਸ਼ਨ ਕਰਨ ਵਾਲਾ ਕੰਜ਼ਿਊਮਰ, ਪ੍ਰੋਡਿਊਸਰ, ਇੱਕ ਫਰਮ। ਠੀਕ ਹੈ ਜੀ। ਮਾਈਕਰੋ ਅਰਥਵਿਵਸਥਾ ਦੇ ਨਾਲ ਜੁੜੀਆਂ ਆਰਥਿਕ ਇਕਾਈਆਂ ਦਾ ਅਧਿਐਨ ਕੀਤਾ ਜਾਂਦਾ ਹੈ, ਜਿਵੇਂ ਪੂਰੀ ਅਰਥਵਿਵਸਥਾ ਵੀ ਲਿਖ ਸਕਦੇ, ਪੂਰੀ ਅਰਥਵਿਵਸਥਾ ਦਾ ਅਧਿਐਨ ਕਰਦਾ ਹੈ। ਮਾਈਕਰੋ ਇਕਨੋਮਿਕਸ ਐਨਾਲਾਈਸਿਸ, ਇਹਦਾ ਐਨਾਲਾਈਸਿਸ ਕਰਨਾ ਸਿੰਪਲ ਹੈ। ਕਿਉਂ ਸਿੰਪਲ ਹੈ? ਕਿਉਂਕਿ ਇੱਕ ਫਰਮ, ਇੱਕ ਉਤਪਾਦਕ, ਇੱਕ ਉਪਭੋਗ ਦੀ ਹੀ ਗੱਲ ਕਰਨੀ ਹੈ। ਉਹਦਾ ਮੁਲਾਂਕਣ ਕਰਨਾ, ਉਹਦਾ ਵਿਸ਼ਲੇਸ਼ਣ ਕਰਨਾ ਬਹੁਤ ਈਜ਼ੀ ਹੈ। ਠੀਕ ਹੈ। ਉਹਦੀ ਪ੍ਰੋਬਲਮ ਦੱਸਣੀਆਂ, ਉਹ ਸੋਲਵ ਕਰਨੀਆਂ, ਡਿਸੀਜ਼ਨ ਲੈਣੇ ਬਹੁਤ ਈਜ਼ੀ ਹੈ। ਬਟ ਇਹ ਬਹੁਤ ਕੰਪਲੈਕਸ ਹੈ, ਕਿਉਂਕਿ ਇਹਦੇ 'ਚ ਆਪਾਂ ਹਰ ਤਰ੍ਹਾਂ ਦੇ ਸੁਸਾਇਟੀ 'ਚ ਹਰ ਤਰ੍ਹਾਂ ਦੇ ਲੋਕ, ਜਿਵੇਂ ਦੇ ਰਿਚ, ਪੂਅਰ, ਐਵਰੇਜ, ਮਿਡਲ ਕਲਾਸ, ਹਰ ਤਰ੍ਹਾਂ ਦੇ ਲੋਕਾਂ ਦੀ ਪ੍ਰੋਬਲਮਸ ਨੂੰ ਸੁਣ ਕੇ ਕਲੈਕਟਿਵ ਡਿਸੀਜ਼ਨ ਲੈਣਾ, ਠੀਕ ਹੈ, ਉਹਨਾਂ ਦਾ ਐਨਾਲਾਈਸਿਸ ਕਰਨਾ ਕਾਫੀ ਡਿਫੀਕਲਟ ਹੁੰਦਾ ਹੈ। ਕਈ ਵਾਰੀ ਕੋਈ ਦੇਖੋ ਗਵਰਨਮੈਂਟ ਡਿਸੀਜ਼ਨ ਲੈਂਦੀ ਹੈ, ਹੁਣ ਜਿਨ੍ਹਾਂ ਲਈ ਤਾਂ ਉਹ ਬੈਨੀਫਿਸ਼ਨਲ ਸੀ ਉਹਨਾਂ ਲਈ ਤਾਂ ਬੈਨੀਫਿਸ਼ਨਲ ਹੈ, ਪਰ ਬਾਕੀ ਸਾਰਿਆਂ ਲਈ ਉਹ ਸੂਟੇਬਲ ਨਹੀਂ ਹੁੰਦਾ। ਠੀਕ ਹੈ ਜੀ। ਜੇਕਰ ਮੰਨ ਲਓ ਪੈਟਰੋਲ ਦੇ ਅਗਰ ਰੇਟ ਵੱਧ ਵੀ ਰਹੇ ਆ, ਅਮੀਰਾਂ ਨੂੰ ਉਹਨਾਂ ਦੇ ਕੋਈ ਖਾਸ ਇਫੈਕਟ ਨਹੀਂ ਪੈ ਰਿਹਾ, ਪਰ ਜ਼ਿਆਦਾ ਇਫੈਕਟ ਕਿਹਨਾਂ 'ਤੇ ਪੈ ਰਿਹਾ? ਗਰੀਬ ਜਾਂ ਮਿਡਲ ਕਲਾਸ ਲੋਕਾਂ 'ਤੇ। ਪਰ ਗਵਰਨਮੈਂਟ ਕਿਤੇ ਨਾ ਕਿਤੇ ਅਗਰ ਇਹ ਚੀਜ਼ਾਂ ਨੂੰ ਸੋਚ ਰਹੀ ਹੈ, ਅਗਰ ਵਧਾ ਰਹੀ ਹੈ, ਉਹ ਇੱਕ ਮਾਈਂਡ ਦੇ ਵਿੱਚ ਕਈ ਵਾਰੀ ਇਹ ਵੀ ਸੋਚ ਲੈਂਦੀ ਹੈ ਕਿ ਅਸੀਂ ਕਿਉਂ ਰੇਟ ਵਧਾ ਰਹੇ ਹਾਂ, ਤਾਂ ਕਿ ਲੋਕ ਪੈਟਰੋਲ ਘੱਟ ਖਰੀਦਣ। ਠੀਕ ਹੈ ਜੀ। ਲੋਕ ਤਾਂ ਕਿ ਪੋਲੂਸ਼ਨ ਨਾ ਫੈਲੇ। ਠੀਕ ਹੈ। ਅਗਰ ਰੇਟ ਮਹਿੰਗਾ ਹੋਏਗਾ ਤਾਂ ਲੋਕ ਘੱਟ ਖਰੀਦਣਗੇ। ਬਟ ਜਿਨ੍ਹਾਂ ਨੇ ਉਹਨਾਂ ਦੀ ਹੈਬਚੁਅਲ ਹੈ, ਜਿਨ੍ਹਾਂ ਨੇ ਉਹਨਾਂ ਨਾਲ ਵਰਕ ਕਰਨਾ ਹੈ, ਕੰਮ ਕਰਨਾ ਹੈ, ਉਹਨਾਂ ਨੂੰ ਯੂਜ਼ ਆਫ ਟਰਾਂਸਪੋਰਟੇਸ਼ਨ ਦੇ ਰੂਪ ਵਿੱਚ ਯੂਜ਼ ਕਰਨਾ ਹੈ, ਉਹਨਾਂ ਲਈ ਇਹ ਕਾਫੀ ਸਾਰੀ ਪ੍ਰੋਬਲਮਸ ਕ੍ਰੀਏਟ ਕਰਦੀਆਂ। ਕਿਉਂਕਿ ਇਸ ਲਈ ਕਹਿੰਦਾ ਹੈ ਕਿ ਮੈਕਰੋ ਦੇ ਵਿੱਚ ਡਿਸੀਜ਼ਨ ਲੈਣੇ, ਐਨਾਲਾਈਸਿਸ ਕਰਨਾ ਕਾਫੀ ਸਾਰਾ ਡਿਫੀਕਲਟ ਹੁੰਦਾ ਹੈ, ਕੰਪਲੈਕਸ ਹੁੰਦਾ, ਗੁੰਝਲਦਾਰ ਹੁੰਦਾ ਹੈ, ਕਿਉਂਕਿ ਇਹ ਲਾਰਜ ਗਰੁੱਪਸ ਦੇ ਵਿੱਚ ਡਿਵਾਈਡ ਹੁੰਦਾ। ਠੀਕ ਹੈ ਜੀ। ਨੈਕਸਟ, ਮਾਈਕਰੋ ਇਕਨੋਮਿਕਸ ਇਜ਼ ਆਲਸੋ ਨੋਨ ਐ ਪ੍ਰਾਈਸ ਥਿਊਰੀ। ਇਹਨੂੰ ਕੀਮਤ ਦਾ ਸਿਧਾਂਤ ਕਿਹਾ ਜਾਂਦਾ, ਕਿਉਂਕਿ ਇੱਥੇ ਇੱਕ ਫਰਮ ਦੀ ਕੀਮਤ, ਇੱਕ ਫਰਮ ਪ੍ਰੋਡਿਊਸਰ ਜਿਹੜੀ ਪ੍ਰੋਡਕਸ਼ਨ ਕਰ ਰਿਹਾ ਉਹਦੀ ਕੀਮਤ, ਉਪਭੋਗ ਕਿਸ ਕੀਮਤ 'ਤੇ ਚੀਜ਼ ਦੀ ਡਿਮਾਂਡ ਕਰ ਰਿਹਾ ਉਸ ਦੀ ਕੀਮਤ ਦੀ ਗੱਲ ਕੀਤੀ ਜਾਂਦੀ ਹੈ। ਠੀਕ ਹੈ ਜੀ। ਬਟ ਇੱਥੇ ਗੱਲ ਕੀਤੀ ਜਾਂਦੀ ਆ ਹੋਲ ਇਨਕਮ ਐਂਡ ਇੰਪਲੋਇਮੈਂਟ, ਇਸ ਲਈ ਇਹਨੂੰ ਨਾਮ ਦਿੱਤਾ ਗਿਆ ਐਜ਼ ਅ ਇਨਕਮ ਐਂਡ ਇੰਪਲੋਇਮੈਂਟ ਥਿਊਰੀ, ਕਿ ਇਕੋਨਮੀ ਦੇ ਵਿੱਚ ਕਿੰਨਾ ਰੁਜ਼ਗਾਰ ਹੈਗਾ। ਅਗਰ ਰੁਜ਼ਗਾਰ ਹੈ ਤਾਂ ਇਨਕਮ ਹੈ, ਅਗਰ ਰੁਜ਼ਗਾਰ ਨਹੀਂ ਹੈ ਤਾਂ ਇਨਕਮ ਨਹੀਂ ਹੈ, ਨਹੀਂ ਤਾਂ ਗਰੀਬੀ ਪੈਦਾ ਹੋ ਜਾਵੇਗੀ। ਠੀਕ ਹੈ ਜੀ। ਨੈਕਸਟ ਇਜ਼ ਇਹਦੇ ਮੇਨ ਟੂਲ, ਕੀਮਤ ਦੇ ਸਿਧਾਂਤ ਤੋਂ ਦੋ ਟੂਲਸ ਪੈਦਾ ਹੁੰਦੇ ਆ, ਡਿਮਾਂਡ ਐਂਡ ਸਪਲਾਈ। ਡਿਮਾਂਡ ਕੌਣ ਕਰਦਾ ਹੈ ਜੀ? ਕੰਜ਼ਿਊਮਰ। ਔਰ ਸਪਲਾਈ ਕੌਣ ਕਰਦਾ ਹੈ ਜੀ? ਪ੍ਰੋਡਿਊਸਰ। ਦੇਖੋ ਕੀਮਤ ਦੇ ਬੇਸਿਸ 'ਤੇ ਡਿਮਾਂਡ ਕੀਤੀ ਜਾਂਦੀ, ਪ੍ਰਾਈਸ ਦੇ ਬੇਸਿਸ 'ਤੇ। ਪ੍ਰਾਈਸ ਜ਼ਿਆਦਾ ਹੈ ਤਾਂ ਕਹਿੰਦਾ ਡਿਮਾਂਡ ਘੱਟ ਕਰੇਗਾ, ਅਗਰ ਪ੍ਰਾਈਸ ਘੱਟ ਹੈ ਤਾਂ ਡਿਮਾਂਡ ਵੱਧ ਕਰੇਗਾ। ਉसी ਬੇਸਿਸ 'ਤੇ ਪ੍ਰਾਈਸ ਦੇ ਦੀ ਹੀ 'ਤੇ ਡਿਪੈਂਡਡ ਹੁੰਦੀ ਹੈ ਸਪਲਾਈ। ਠੀਕ ਹੈ ਜੀ। ਪ੍ਰਾਈਸ ਜ਼ਿਆਦਾ ਹੈ, ਸਪਲਾਈ ਵੀ ਜ਼ਿਆਦਾ ਕਰੇਗਾ ਐਜ਼ ਅ ਪ੍ਰੋਡਿਊਸਰ, ਕਿਉਂਕਿ ਉਹਨੇ ਪ੍ਰੋਫਿਟ ਕਮਾਉਣਾ ਹੈ। ਠੀਕ ਹੈ ਜੀ। ਅਗਰ ਪ੍ਰਾਈਸ ਘੱਟ ਹੈ ਤਾਂ ਸਪਲਾਈ ਕੀ ਕਰੇਗਾ? ਵੱਧ। ਇਸੇ ਤਰ੍ਹਾਂ ਇਹ ਪ੍ਰਾਈਸ ਦਾ ਥਿਊਰੀ ਬਣ ਗਈ। ਔਰ ਇਹਦੇ 'ਚ ਗੱਲ ਅਗਰ ਡਿਮਾਂਡ ਦੀ ਸਪਲਾਈ ਦੀ ਗੱਲ ਹੋ ਰਹੀ ਤਾਂ ਹੋਲ ਇਕੋਨਮੀ ਵੀ ਸਪਲਾਈ ਔਰ ਡਿਮਾਂਡ ਕਰਦੀ ਹੈ, ਪਰ ਇੱਥੇ ਗੱਲ ਆਪਾਂ ਇੰਡੀਵਿਜੂਅਲੀ ਨਹੀਂ ਕਰਨੀ, ਇੱਥੇ ਗੱਲ ਕਰਨੀ ਆਪਾਂ ਐਗਰੀਗੇਟ। ਇੱਥੇ ਗੱਲ ਕਿਹਦੀ ਕਰਨੀ ਹੈ ਜੀ? ਐਗਰੀਗੇਟ। ਐਗਰੀਗੇਟ ਦਾ ਮਤਲਬ ਕੀ ਹੁੰਦਾ? ਟੋਟਲ। ਐਗਰੀਗੇਟ ਦਾ ਮਤਲਬ ਕੀ ਹੁੰਦਾ ਜੀ? ਟੋਟਲ ਡਿਮਾਂਡ ਐਂਡ ਟੋਟਲ ਸਪਲਾਈ। ਇੱਥੇ ਪੂਰੀ ਹੋਲ ਇਕੋਨਮੀ ਦੀ ਡਿਮਾਂਡ ਐਂਡ ਹੋਲ ਇਕੋਨਮੀ ਦੀ ਸਪਲਾਈ ਦੀ ਗੱਲ ਕਰਨੀ ਹੈ। 5th ਪੁਆਇੰਟ ਦੀ ਆਪਣੀ ਪੰਜਾਬੀ ਹੈ, ਮਾਈਕਰੋ ਅਰਥਸ਼ਾਸਤਰ ਦੇ ਮੁੱਖ ਔਜ਼ਾਰ ਕਿਹੜੇ, ਟੂਲਸ ਕਿਹੜੇ ਆ? ਮੰਗ ਤੇ ਪੂਰਤੀ, ਤੇ ਇਸ ਦੇ ਜਿਹੜੇ ਔਜ਼ਾਰ ਹੈ ਕੁੱਲ ਮੰਗ ਤੇ ਕੁੱਲ ਪੂਰਤੀ, ਐਗਰੀਗੇਟ ਡਿਮਾਂਡ ਐਂਡ ਐਗਰੀਗੇਟ ਸਪਲਾਈ। ਨੈਕਸਟ ਇਜ਼ 6th ਪੁਆਇੰਟ, ਇੱਥੇ ਕੀ ਮੰਨ ਲਿਆ ਜਾਂਦਾ ਹੈ ਜਦੋਂ ਅਸੀਂ ਮਾਈਕਰੋ ਇਕਨੋਮਿਕਸ ਦੀ, ਜਦੋਂ ਆਪਾਂ ਗੱਲ ਕਰਨੀ ਮਾਈਕਰੋ ਇਕਨੋਮਿਕਸ ਦੀ ਡੀਲ ਕਰ ਰਹੇ ਹਾਂ, ਜਸਟ ਆਪਾਂ ਇੱਕ ਕੰਜ਼ਿਊਮਰ, ਇੱਕ ਪ੍ਰੋਡਿਊਸਰ ਦੀ ਹੀ ਗੱਲ ਕਰਨੀ, ਬਾਕੀ ਸਾਰੀ ਇਕੋਨਮੀ ਨੂੰ ਆਪਾਂ ਕੌਨਸਟੈਂਟ ਮੰਨ ਲੈਣਾ, ਸਥਿਰ ਮੰਨ ਲੈਣਾ, ਉਹਦਾ ਕੋਈ ਰੋਲ ਨਹੀਂ ਹੈ।
ਜੇ ਆਪਾਂ ਕਿਸੇ ਫਰਮ ਦੀ ਜਾਂ ਕਿਸੇ ਕੰਜ਼ਿਊਮਰ ਦੀ ਪ੍ਰੋਬਲਮ ਜਾਂ ਦੀ ਗੱਲ ਕਰ ਰਹੇ ਹਾਂ, ਡੀਲ ਕਰ ਰਹੇ ਹਾਂ ਉਹਨਾਂ ਦੀ, ਠੀਕ ਹੈ ਜੀ, ਤਾਂ ਬਾਕੀ ਸਾਰੀਆਂ ਚੀਜ਼ਾਂ ਨੂੰ ਕੀ ਮੰਨ ਲੈਣਾ ਹੈ, ਕੌਨਸਟੈਂਟ ਮੰਨ ਲੈਣਾ ਹੈ। ਇਟ ਅਜ਼ਿਊਮਸ ਮੰਨ ਲੈਣਾ ਹੈ ਕਿ ਆਲ ਦਾ ਮੈਕਰੋ ਵੈਰੀਏਬਲ, ਜਿੰਨੇ ਵੀ ਤੱਤ ਨੇ ਉਹ ਸਾਰੇ ਕੀ ਨੇ, ਕੌਨਸਟੈਂਟ ਹੈ, ਚਾਹੇ ਉਹ ਨੈਸ਼ਨਲ ਇਨਕਮ ਹੈ, ਜਿੰਨੇ ਮੈਕਰੋ ਇਕਨੋਮਿਕਸ ਦੇ ਆਪਣੇ ਵੈਰੀਏਬਲਸ ਹੁੰਦੇ ਆ, ਠੀਕ ਹੈ, ਐਗਰੀਗੇਟ ਡਿਮਾਂਡ, ਐਗਰੀਗੇਟ ਸਪਲਾਈ, ਜੋ ਇੱਧਰ ਸੀ ਉਹਨਾਂ ਸਾਰਿਆਂ ਨੂੰ ਕੀ ਮੰਨ ਲੈਣਾ ਹੈ ਜੀ, ਆਪਾਂ ਕੌਨਸਟੈਂਟ ਮੰਨ ਲੈਣਾ ਹੈ। ਉਸੇ ਤਰ੍ਹਾਂ ਅਗਰ ਜਦੋਂ ਗੱਲ ਕਰਦੇ ਹਾਂ ਮੈਕਰੋ ਦੀ, ਉਦੋਂ ਅਸੀਂ ਇੱਕ ਇੱਕ ਦਾ ਨਹੀਂ ਸੋਚਣਾ, ਅਸੀਂ ਕਲੈਕਟਿਵ ਸੋਚਣਾ, ਅਸੀਂ ਜ਼ਿਊਮ ਕਰ ਲੈਣਾ ਕਿ ਸਾਰੇ ਮਾਈਕਰੋ ਵੈਰੀਏਬਲਸ ਕੀ ਨੇ, ਕੌਨਸਟੈਂਟ ਨੇ, ਠੀਕ ਹੈ ਜੀ, ਜਿਵੇਂ ਕਿ ਇੰਡੀਵਿਜੂਅਲੀ ਜਾਂ ਹਾਊਸ ਹੋਲਡ ਜਾਂ ਫਰਮ, ਇੱਕ ਕੰਜ਼ਿਊਮਰ ਹੈ ਨਾ ਪ੍ਰੋਡਿਊਸਰ, ਠੀਕ ਹੈ ਜੀ। ਉਸੇ ਤਰ੍ਹਾਂ ਪੰਜਾਬੀ 'ਚ ਲਿਖੇ ਤੇ ਰਾਸ਼ਟਰੀ ਆਮਦਨ, ਕੁੱਲ ਮੰਗ ਤੇ ਕੁੱਲ ਪੂਰਤੀ ਨੂੰ ਵੀ ਕੀ ਕਰ ਲੈਣਾ, ਸਥਿਰ ਮੰਨ ਲੈਣਾ। ਇੱਥੇ ਇੱਕ ਮਾਨਵ, ਇੱਕ ਫਰਮ, ਇੱਕ ਘਰੇਲੂ ਨੂੰ ਕੀ ਮੰਨ ਲੈਣਾ, ਸਥਿਰ ਮੰਨ ਲੈਣਾ। ਨੈਕਸਟ 7th ਹੈ, ਇਹਨੂੰ ਪਬਲਿਸ਼ਡ, ਇਹਨੂੰ ਪੋਪੂਲਾਈਜ਼ਡ, ਇਹਨੂੰ ਮਸ਼ਹੂਰ ਕਿਹਨੇ ਕੀਤਾ ਸੀ ਮਾਈਕਰੋ ਇਕਨੋਮਿਕਸ ਨੂੰ, ਅਲਫਰਡ ਮਾਰਸ਼ਲ ਨੇ। ਅਲਫਰਡ ਮਾਰਸ਼ਲ ਇੱਕ ਇਕਨੋਮਿਕਸਟ ਹੈ, ਠੀਕ ਹੈ ਜੀ, ਜਿਹਨੇ ਬੁੱਕ ਲਿਖੀ ਸੀ ਪ੍ਰਿੰਸੀਪਲ ਆਫ ਇਕਨੋਮਿਕਸ 1890 ਦੇ ਵਿੱਚ, ਠੀਕ ਹੈ ਜੀ। ਇਹ ਆਪਣਾ ਵੈਲਫੇਅਰ ਦੀ ਇੱਕ ਡੈਫੀਨੇਸ਼ਨ ਕੀਤੀ ਹੈ ਨਾ, ਅਲਫਰਡ ਮਾਰਸ਼ਲ ਨੇ ਵੈਲਫੇਅਰ ਦੀ ਡੈਫੀਨੇਸ਼ਨ ਦਿੱਤੀ ਸੀ 1890 ਦੇ ਵਿੱਚ, ਇੱਕ ਬੁੱਕ ਲਿਖੀ ਸੀ ਪ੍ਰਿੰਸੀਪਲ ਆਫ ਇਕਨੋਮਿਕਸ, ਠੀਕ ਹੈ ਜੀ, ਇਕਨੋਮਿਕ ਅਰਥ ਵਿਵਸਥਾ ਦੇ ਸਿਧਾਂਤ। ਉਹਨੇ ਇਹ ਮਾਈਕਰੋ ਇਕਨੋਮਿਕਸ ਨੂੰ ਕੀ ਕੀਤਾ ਸੀ, ਪੋਪੂਲਰਾਈਜ਼ਡ ਕੀਤਾ ਸੀ। ਉਸੇ ਤਰ੍ਹਾਂ ਇੱਕ J.M. ਕੇਨਜ਼ ਹੈ, ਠੀਕ ਹੈ ਜੀ, ਜਿਹਨੇ ਇੱਕ ਨਿਊ ਇਕਨੋਮਿਕ ਸਕੂਲ ਰੱਖਿਆ ਸੀ, ਕੱਢਿਆ ਸੀ, ਦੀ ਇਨਵੈਂਸ਼ਨ ਕੀਤੀ ਸੀ, ਉਹਨੇ ਮੈਕਰੋ ਇਕਨੋਮਿਕਸ ਨੂੰ ਕੀ ਕੀਤਾ ਸੀ, ਪੋਪੂਲਰਾਈਜ਼ਡ ਕੀਤਾ ਸੀ, ਠੀਕ ਹੈ। ਲਾਸਟ ਆਪਣੇ ਕੋਲ ਡਿਫਰੈਂਸ ਹੈ ਮਾਈਕਰੋ ਐਂਡ ਮੈਕਰੋ 'ਚ। ਇਹਦੇ ਓਬਜੈਕਟਿਵਸ, ਕਿਸੇ ਵੀ ਆਪਾਂ ਕੋਈ ਵੀ ਚੀਜ਼ ਫਾਈਂਡ ਆਊਟ ਕਰਦੇ ਤਾਂ ਉਹਦਾ ਪਹਿਲਾਂ, ਕੋਈ ਵੀ ਚੀਜ਼ ਆਪਾਂ ਕੋਈ ਮੋਟਿਵ ਰੱਖਦੇ ਹਾਂ ਤਾਂ ਉਹਦਾ ਪਹਿਲਾਂ ਓਬਜੈਕਟਿਵ ਜ਼ਰੂਰ ਰੱਖੇ ਜਾਂਦੇ ਆ। ਜੇਕਰ ਮਾਈਕਰੋ ਇਕਨੋਮਿਕਸ ਹੈ, ਮਾਈਕਰੋ ਇਕਨੋਮਿਕਸ ਡੀਲ ਕਰ ਰਿਹਾ ਕੰਜ਼ਿਊਮਰ ਨਾਲ, ਪ੍ਰੋਡਿਊਸਰ ਨਾਲ, ਇੱਕ ਨਾਲ। ਹੁਣ ਦੇਖੋ ਇੱਕ ਇੰਡੀਵਿਜੂਅਲੀ ਗੱਲ ਕੀਤੀ ਜਾਵੇ, ਤੁਸੀਂ ਅਗਰ ਇੰਡੀਵਿਜੂਅਲੀ ਕੋਈ ਗੱਲ ਕਰਦੇ ਹੋ, ਤੁਸੀਂ ਵੱਧ ਤੋਂ ਵੱਧ ਕੀ ਚਾਹੁੰਦੇ ਹੋ, ਸੈਟਿਸਫੈਕਸ਼ਨ। ਕੋਈ ਵੀ ਚੀਜ਼ ਹੈ, ਕੋਈ ਵੀ ਰਿਸੋਰਸਿਸ ਹੈ, ਕੋਈ ਵੀ ਕੰਮ ਸ਼ੁਰੂ ਕਰ ਰਹੇ ਹੋ, ਅਗਰ ਖਾ ਵੀ ਰਹੇ ਹੋ, ਕੰਜ਼ੰਪਸ਼ਨ ਹੀ ਕਰ ਰਹੇ ਹੋ, ਤੁਹਾਡਾ ਮੈਕਸਿਮਮ ਕੀ ਹੈ, ਸੈਟਿਸਫੈਕਸ਼ਨ ਚਾਹੀਦਾ ਜਾਂ ਬੈਨੀਫਿਟਸ ਚਾਹੀਦੇ ਨੇ। ਤੁਸੀਂ ਵੱਧ ਤੋਂ ਵੱਧ ਕੀ ਚਾਹੁੰਦੇ ਹੋ, ਅਨਟੇਨ ਕਰਨਾ, ਪ੍ਰਾਪਤ ਕਰਨਾ, ਸੈਟਿਸਫੈਕਸ਼ਨ ਔਰ ਬੈਨੀਫਿਟਸ। ਬਟ ਅਗਰ ਸਮਾਜ ਦੇ ਰੂਪ 'ਚ ਦੇਖਿਆ ਜਾਵੇ, ਇਕਨੋਮੀ ਦੇ ਰੂਪ 'ਚ ਵੇਖਿਆ ਜਾਵੇ, ਤਾਂ ਫੁੱਲ ਇੰਪਲੋਇਮੈਂਟ ਚਾਹੀਦੀ ਹੈ, ਫੁੱਲ ਰੁਜ਼ਗਾਰ ਕਿੰਦਾ ਚਾਹੀਦਾ, ਰਿਸੋਰਸਿਸ, ਜਿੰਨੇ ਸੰਸਾਧਨ ਨੇ ਉਹਨਾਂ ਨੂੰ ਫੁੱਲ ਇੰਪਲੋਇਮੈਂਟ ਮਿਲੇ, ਜਿੰਨੇ ਵੀ ਰਿਸੋਰਸਿਸ ਹੈ ਉਹਨਾਂ ਸਾਰਿਆਂ ਨੂੰ ਫੁੱਲ ਰੁਜ਼ਗਾਰ, ਪੂਰਨ ਰੁਜ਼ਗਾਰ ਪ੍ਰਾਪਤ ਹੋਵੇ। ਇਸ ਦੇ ਨਾਲ ਆਪਣਾ ਮਾਈਕਰੋ ਐਂਡ ਮੈਕਰੋ ਦਾ ਜਿਹੜੇ ਡਿਫਰੈਂਸ ਹੈ ਉਹ ਖਤਮ ਹੁੰਦੇ ਹੈ। ਆਪਣਾ ਇੱਕ ਟੌਪਿਕ ਰਹਿ ਗਿਆ, that is a nature of economics। ਆਪਾਂ ਸਬਜੈਕਟ ਮੈਟਰ 'ਚ ਕਰ ਲਿਆ, ਸਬਜੈਕਟ ਮੈਟਰ 2 ਹੈਡ ਕੀਤੇ, ਮਾਈਕਰੋ ਐਂਡ ਮੈਕਰੋ। ਲਿਮਿਟੇਸ਼ਨ ਮੈਂ ਫਸਟ ਲੈਕਚਰ 'ਚ ਕਰਵਾਤਾ। ਹੁਣ ਲਾਸਟ ਆਪਣਾ ਇੱਕ ਟੌਪਿਕ ਰਹਿ ਗਿਆ, ਨੇਚਰ ਆਫ ਇਕਨੋਮਿਕਸ। ਆਪਾਂ ਨੈਕਸਟ ਵੀਡੀਓ ਦੇ ਵਿੱਚ ਉਹ ਕਰਾਂਗੇ, ਨੇਚਰ ਆਫ ਇਕਨੋਮਿਕਸ। ਅੱਜ ਦੇ ਲਈ ਇੰਨਾ ਹੀ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।